ਵਾਲੀਏ ਕੁਲ ਆਲਮ ਸੋ ਤਖਤ ਗੱਦੀ ਤੇ ਸੁਭਾਏ ਮਾਨ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਦਰਗਾਹੀ ਫਰਮਾਨ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਪ ਸਰਬੱਤ ਸੰਗਤਾਂ ਨੇ ਗੁਰ ਉਪਦੇਸ਼ ਨੂੰ ਗੁਰੂ ਕੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਬੜੇ ਟਿਕਾਊ ਇਕਾਗਰਤਾ ਦੇ ਨਾਲ ਸ਼ਰਵਣ ਕੀਤਾ ਹੈ। ਸੋ ਆਓ ਮਨੋਂ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਗੁਰ ਉਪਦੇਸ਼ ਵਿਚਾਰੀਏ, ਸਮਝੀਏ, ਜੀਵਨ ਵਿੱਚ ਲਾਗੂ ਕਰੀਏ ਜੀ। ਸੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ ਪੰਚਮ ਗੁਰਦੇਵ सेवा शांति के पुंज बाणी के बोहित। धन धन साहिब श्री गुरु अर्जन देव महाराज जी दे पावन पवित्र रसना दे विचों उच्चारण किया होया पावन वाक है। तो सतगुरां ने इस हुक्म नूं 673 ਅਤੇ 74 अंक दे विचकार शोभायमान किया है। पातशाह जी रहाओ वाले बंद द्वारा जो शब्द का केंद्री भाव है कि रहमत कर रहे हैं जी। जिहवा एक कवन गुण कहिए अमृत के दाते। धन साहिब श्री गुरु ग्रंथ साहिब पातशाह जी रहमत वरसारे ने ए दुनिया के लोगों। सतगुरु गुरु अर्जन देव महाराज जी कह रहे ने मेरे कोल एक जीव है, मैं एक जीव दे नाल तेरे अनेकां बेअंत गुणां नूं बेअंत नामां नूं किवें बयान करां। कहन लगे जिहवा एक कवन गुण कहीए। तेरे गुण बहुत ने, बेअंत ने, वड़े ने। तेरी सिफतो सलाह संपूर्ण तौर ते कर नहीं सकदा। धन गुरु ग्रंथ साहिब महाराज जी दी अमृत बाणी दे विच सतगुरां ने सानू अनेकां उदाहरणां दे के समझाउणा कीता। महाराज कहन लगे सहस फणी सेख अंत ना जानै। कहन लगे शेष नाग दे हजारां फण ने, हजारां फणां दे नाल हर रोज रब दे नवे नवे नाम लैंदा है ते अकाल पुरख जी दा अंत नहीं पा सकिया, क्योंकि अकाल पुरख बेअंत है। अकाल पुरख अगाध बोध है, बेशुमार है। उस दे गुणां दा उस दे नावां दा अंत नहीं। बेअंत नावां दे नाल लोग उस नूं पुकारदे ने। कोई अल्लाह कहंदा है, कोई गॉड कहंदा है, कोई वाहिगुरु कहंदा है, कोई साईं कहंदा है। गुरमुखो वखरे वखरे नामां दे नाल रब नूं लोक याद करदे ने। पर इत्थे गुरु अर्जन देव महाराज जी ने कहा जिहवा एक रब जी मेरे कोल एक जीव है, कवन गुण कहीए। तेरे केड़े केड़े गुणां नूं बयान करां। तेरे गुणां वास्ते तेरे नावां वास्ते मेरे कोल लफ्ज नहीं, तेरे गुण बेअंत ने जे। बेशुमार तेरे गुण बेशुमार ने, भाव जिन्हां दी गिनती कोई नहीं। बेअंत सुआमी बेअंत ने, भाव गिनती तो परे ने। तेरो अंत ना किन्ही लही है। दुनिया ते ऐसा कोई नहीं होया तेरे बराबर दा, तेरे वर्गा जेड़ा तेरे अंत नूं पा सके। सतगुरां ने अमृत बाणी विच इह समझाउणा कीता। दुनिया ते ऐसे बड़े लोग आए जो रब दा अंत पाउण वास्ते, अंत लभण वास्ते तुरे सन।
ਰੱਬ ਕਿੱਥੋਂ ਸ਼ੁਰੂ ਹੋਇਆ, ਰੱਬ ਕਿੱਥੇ ਖਤਮ ਹੁੰਦਾ ਹੈ। ਅੰਤ ਲੱਭਣ ਵਾਸਤੇ ਤੁਰੇ, ਪਰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਸਮਝਾਉਣਾ ਕੀਤਾ, ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਉਹਨਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ, ਆਪਣੀ ਜੀਵਨ ਬਰਬਾਦ ਕਰ ਲਿਆ। ਇਹ ਜੀਵਨ, ਇਹ ਜ਼ਿੰਦਗੀ, ਇਹ ਸਵਾਸ ਖਤਮ ਹੋ ਗਏ, ਪਰ ਰੱਬ ਦਾ ਅੰਤ ਨਹੀਂ ਲੱਭਾ, ਕਿਉਂਕਿ ਉਹ ਬੇਅੰਤ ਹੈ, ਉਹ ਅਗਾਧ ਬੋਧ ਹੈ, ਉਹ ਅਸੀਮ ਹੈ, ਉਸ ਦੀ ਸੀਮਾ ਕੋਈ ਨਹੀਂ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਉਸ ਅਕਾਲ ਪੁਰਖ ਜੀ ਦੇ ਨਾਮ ਨੂੰ ਜਪ ਕੇ ਉਸ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਉਸ ਦੇ ਵਿੱਚ ਵਸ ਸਕਦੇ ਹਾਂ, ਉਸ ਵਿੱਚ ਇੱਕਮਿਕ ਹੋ ਸਕਦੇ ਹਾਂ। ਭਾਗਾਂ ਵਾਲਿਓ, ਜਿਹੜਾ ਗੁਰੂ ਨੂੰ ਜਪਦਾ ਹੈ, ਗੁਰੂ ਉਸ ਦਾ ਜੰਮਨ ਮਰਨ ਵੀ ਸਵਾਰ ਦਿੰਦਾ ਹੈ। ਜਿਹੜਾ ਗੁਰੂ ਨੂੰ ਜਪਦਾ ਹੈ, ਗੁਰੂ ਭਾਗਾਂ ਵਾਲਿਓ ਅੰਤਲੇ ਸਮੇਂ ਵੀ ਉਸ ਦੇ ਨਾਲ ਰਹਿੰਦਾ ਹੈ। ਇਸੇ ਤਰ੍ਹਾਂ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਹੈ, ਭਾਈ ਹੇਮਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਰ ਰੋਜ਼ ਬੇਨਤੀਆਂ ਕਰਦਾ ਹੈ। ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਕਿਉਂਕਿ ਪੈਸਾ ਜੋੜਨ ਦੇ ਵੱਲ ਇਸ ਗੁਰਸਿੱਖ ਨੇ ਕਦੀ ਧਿਆਨ ਨਹੀਂ ਦਿੱਤਾ। ਇਹ ਗੁਰਸਿੱਖ ਕੇਵਲ ਲੱਕੜਾਂ ਜੰਗਲ ਦੇ ਵਿੱਚੋਂ ਵੜਦਾ ਹੈ ਤੇ ਗੁਰਮੁਖੋ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਹੈ। ਆਪਣੇ ਗੁਜ਼ਾਰੇ ਜੋਗੇ, ਆਪਣੇ ਖਾਣੇ ਜੋਗੇ ਪੈਸੇ ਰੱਖ ਲੈਂਦਾ ਹੈ, ਬਾਕੀ ਗਰੀਬਾਂ ਵਿੱਚ ਵੰਡ ਦਿੰਦਾ ਹੈ, ਗੁਰੂ ਘਰ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ, ਹੋਰ ਲੋੜਵੰਦਾਂ ਵਾਸਤੇ ਲੰਗਰ ਚਲਾਈ ਰੱਖਦਾ ਹੈ। ਕਦੀ ਇਸ ਦੇ ਘਰ ਤੋਂ ਕੋਈ ਭੁੱਖਾ ਨਹੀਂ ਸੀ ਮੁੜਿਆ। ਗੁਰੂ ਕੇ ਬੜੇ ਪਿਆਰ ਵਾਲਾ ਸਿੱਖ ਹੈ, ਕਹਿਣੀ ਕਥਨੀ ਦਾ ਪੂਰਾ, ਗੁਰੂ ਕੇ ਬਚਨਾਂ ਤੇ ਚੱਲਣ ਵਾਲਾ, ਗੁਰੂ ਕੇ ਹੁਕਮਾਂ ਤੇ ਚੱਲਣ ਵਾਲਾ। ਸਾਡੇ ਵਾਂਗੂ ਮਾਇਆ ਧਾਰੀ ਨਹੀਂ ਸੀ, ਸਾਡੇ ਵਾਂਗੂ ਮਾਇਆ ਦੇ ਮਗਰ ਨਹੀਂ ਸੀ ਭੱਜਦਾ, ਸਾਡੇ ਵਾਂਗੂ ਗੁਰਮੁਖੋ ਮਾਇਆ ਪਿੱਛੇ ਆਪਣੇ ਪਰਿਵਾਰ ਦੇ ਜੀਆਂ ਦੇ ਨਾਲ ਵਿਵਾਦ ਨਹੀਂ ਸੀ ਖੜਾ ਕਰਦਾ। ਮਾਇਆ ਧਾਰੀ ਵਾਸਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਗੁਰੂ ਕਾ ਸ਼ਬਦ ਨਹੀਂ ਸੁਣਦਾ, ਦੁਨੀਆ ਦੇ ਰੌਲ ਕਚੌਲ ਦੇ ਵਿੱਚ, ਦੁਨੀਆ ਦੇ ਰੌਲੇ ਰੱਪੇ ਦੇ ਵਿੱਚ ਫਸਿਆ ਹੋਇਆ ਹੈ ਤੇ ਆਪਣਾ ਜੀਵਨ ਇਸ ਮਾਇਆ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਦੀ ਬੇਪੱਤੀ ਕਰਾ ਰਿਹਾ ਹੈ। ਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਇਹ ਵੀ ਦੱਸਣਾ ਕੀਤਾ, ਕਾਚਾ ਧਨ ਸੰਚੈ ਮੂਰਖ ਗਵਾਰ। ਸਤਿਗੁਰਾਂ ਨੇ ਇਸ ਮਾਇਆ ਦੇ ਮਗਰ ਭੱਜਣ ਵਾਲੇ ਨੂੰ ਮੂਰਖ ਕਿਹਾ। ਕਹਿਣ ਲੱਗੇ ਉਹ ਬੰਦਾ ਮੂਰਖ ਹੈ, ਦੁਨੀਆ ਤੇ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਜਿਹੜਾ ਕੱਚੇ ਧਨ ਮਗਰ ਭੱਜਦਾ ਹੈ। ਕਿਉਂਕਿ ਗੁਰਮੁਖੋ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ, ਪਰਿਵਾਰਕ ਸਹੂਲਤਾਂ ਇਹ ਬੰਦੇ ਦਾ ਫਰਜ਼ ਹੈ, ਪਰ ਬੰਦਾ ਗੁਰਮੁਖੋ ਬਹੁਤਾਤ ਵਿੱਚ 2 ਨੰਬਰ ਮਗਰ ਭੱਜਦਾ ਹੈ। ਬਹੁਤਾਤ ਮਗਰ ਧੋਖਾ ਧੜੀ ਕਰਕੇ ਮਾਇਆ ਕਮਾਉਣ ਦਾ ਯਤਨ ਕਰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਕਿਹਾ ਉਹ ਜ਼ਹਿਰ ਹੈ। ਜੇ ਤੇਰੀ ਕਿਰਤ ਹੈ, ਕਿਰਤ ਸੱਚੀ ਸੁੱਚੀ ਕਰ, ਉਹ ਤੇਰੇ ਵਾਸਤੇ ਅੰਮ੍ਰਿਤ ਦੇ ਸਮਾਨ ਹੈ, ਉਹ ਤੈਨੂੰ ਕੋਈ ਦੁੱਖ ਨਹੀਂ ਲੱਗਣ ਦੇਵੇਗੀ। ਚੇਤਾ ਰੱਖੀ, ਜਦੋਂ ਧੋਖਾ ਧੜੀ ਕਰਕੇ ਕਮਾਏਗਾ, ਡਾਕਟਰਾਂ ਕੋਲ ਉਸ ਤੋਂ ਚੌਗਣੇ ਜਾਣਗੇ। ਜੇ ਗੁਰੂ ਗੁਰਮੁਖੋ 1 ਦੇ 4 ਗੁਣਾ ਸਾਨੂੰ ਦਿੰਦਾ ਹੈ, ਜੇ ਕਿਸੇ ਦੇ ਨਾਲ 1 ਦਾ ਧੋਖਾ ਕੀਤਾ ਤੇ 4 ਜਾਣਗੇ ਵੀ। ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਉਸ ਤੇ ਚੌਗਣ ਕਰੈ ਨਿਹਾਲ। ਗੁਰੂ ਨੂੰ 1 ਭੇਟਾ ਗੁਰੂਆਂ ਕਰਾਂਗੇ, ਗੁਰੂ 4 ਦਿੰਦਾ ਹੈ। ਤੇ ਭਾਗਾਂ ਵਾਲਿਓ 1 ਦਾ ਧੋਖਾ ਕੀਤਾ ਤੇ ਚੇਤਾ ਰੱਖਿਓ ਨਾਲ 4 ਜਾਣਗੇ ਵੀ। ਇਸ ਲਈ ਗੁਰੂ ਕਾ ਬੜਾ ਪਿਆਰਾ ਸਿੱਖ ਹੈ। ਇਮਾਨਦਾਰੀ ਦੇ ਨਾਲ ਜਿਤਨੀਆਂ ਗੁਰਮੁਖੋ ਮਿਹਨਤ ਮਜ਼ਦੂਰੀ ਕਰਦਾ ਹੈ, ਲੱਕੜਾਂ ਬਾਜ਼ਾਰ ਵਿੱਚ ਵੇਚਦਾ ਹੈ, ਲੱਕੜਾਂ ਵੇਚ ਕੇ ਜਿਤਨੇ ਪੈਸੇ ਮਿਲਦੇ ਨੇ ਗੁਜ਼ਾਰੇ ਜੋਗੇ ਪੈਸੇ ਰੱਖ ਕੇ ਬਾਕੀ ਪੈਸੇ ਗਰੀਬਾਂ ਲੋੜਵੰਦਾਂ ਦੇ ਵਿੱਚ ਜ਼ਰੂਰਤਾਂ ਵਾਸਤੇ ਵੰਡ ਦਿੰਦਾ ਹੈ। ਆਪਣੇ ਘਰ ਦੇ ਵਿੱਚ ਕਿਸੇ ਨੂੰ ਭੁੱਖਾ ਨਹੀਂ ਮੁੜਨ ਦਿੰਦਾ, ਹਰ ਵਕਤ ਲੰਗਰ ਇਸ ਦੇ ਘਰ ਵਿੱਚ ਚੱਲਦਾ ਹੈ, ਕਿਉਂਕਿ ਗੁਰੂ ਨਾਨਕ ਦੇ ਫਲਸਫੇ ਤੇ ਪੂਰਾ ਤੁਰਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਇੱਕ ਦਿਨ ਆਪਣੀ ਮੌਜ ਵਿੱਚ ਆਏ। ਇਸ ਦਾ ਨਗਰ ਤਰਨ ਤਾਰਨ ਦੇ ਨੇੜੇ ਪਿੰਡ ਖਾਨਪੁਰ ਹੈ।
ਸਤਿਗੁਰੂ ਆਪਣੀ ਮੌਜ ਵਿੱਚ ਆਏ। ਗੁਰੂ ਪਾਤਸ਼ਾਹ ਜੀ ਇਸ ਤਰਨ ਤਾਰਨ ਦੀ ਧਰਤੀ ਤੇ ਅੰਮ੍ਰਿਤ ਸਰੋਵਰ ਦੀ ਗੁਰਮੁਖੋ, ਜੋ ਸਰੋਵਰ 22 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਹੈ, ਸਭ ਤੋਂ ਵੱਡਾ ਸਰੋਵਰ ਇਸ ਤਰਨ ਤਾਰਨ ਦੀ ਧਰਤੀ ਤੇ ਹੈ। 22 ਕਿੱਲਿਆਂ ਦੇ ਵਿੱਚ ਇਕੱਲਾ ਸਰੋਵਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਰੋਵਰ ਦਾ ਨਿਰਮਾਣ ਕਰਾ ਰਹੇ ਸਨ, ਕਾਰ ਸੇਵਾ ਕਰਾ ਰਹੇ ਸਨ। ਸਤਿਗੁਰੂ ਜੀ ਅੰਮ੍ਰਿਤ ਵੇਲੇ ਇੱਕ ਦਿਨ ਆਪਣੀ ਮੌਜ ਦੇ ਵਿੱਚ ਆਏ। ਦੀਵਾਨ ਦੀ ਸਮਾਪਤੀ ਹੋਈ। ਦੁਪਹਿਰ ਦਾ ਲਗਭਗ 12-1 ਵਜੇ ਦਾ ਸਮਾਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖੋ ਚਲੋ ਕਿਤੇ ਚੱਲਣਾ ਹੈ। ਗੁਰਮੁਖੋ ਸਤਿਗੁਰੂ ਜੀ ਘੋੜੀ ਤੇ ਸਵਾਰ ਹੋਏ। ਇਧਰ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਮਗਰ ਚੱਲ ਪਈਆਂ। ਸਤਿਗੁਰਾਂ ਨੇ ਹੁਕਮ ਕੀਤਾ, ਸੰਗਤਾਂ ਨਾਲ ਉੱਠ ਕੇ ਚੱਲੀਆਂ। ਤੇ ਭਾਗਾਂ ਵਾਲਿਓ, ਦੁਪਹਿਰਕ ਦੇ ਚੱਲੇ ਤੇ ਸ਼ਾਮਾਂ ਪੈ ਗਈਆਂ। ਉਸ ਨਗਰ ਦੇ ਵਿੱਚ ਆਉਂਦਿਆਂ ਨੂੰ ਖਾਨਪੁਰ ਨਗਰ ਦੇ ਵਿੱਚ ਪਹੁੰਚੇ। ਨਗਰ ਦੇ ਬਾਹਰ ਇੱਕ ਦਰਖਤ ਦੇ ਥੱਲੇ ਬੈਠੇ ਕਿਣਮਿਣ ਹੋਣੀ ਸ਼ੁਰੂ ਹੋ ਗਈ। ਬਰਸਾਤ ਥੋੜੀ ਥੋੜੀ ਪੈਣ ਲੱਗੀ, ਕਿਣਮਿਣ ਹੋਣੀ ਸ਼ੁਰੂ ਹੋ ਗਈ ਹੈ, ਹਨੇਰਾ ਵੀ ਹੋ ਗਿਆ ਹੈ। ਸਤਿਗੁਰੂ ਜੀ ਇੱਕ ਦਰਖਤ ਦੇ ਥੱਲੇ ਬੈਠ ਕੇ ਸੰਗਤਾਂ ਨੂੰ ਕਿਹਾ, ਇੱਥੇ ਬੈਠੋ। ਸਾਰੀ ਸੰਗਤ ਬੈਠ ਗਈ। ਭਾਈ ਬਿਧੀ ਚੰਦ ਸਤਿਗੁਰਾਂ ਨੂੰ ਕਹਿਣ ਲੱਗਾ, ਕਿਉਂਕਿ ਭਾਈ ਬਿਧੀ ਚੰਦ ਗੁਰਮੁਖੋ 6ਵੇਂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਹੈ, ਪਰ ਸਿੱਖੀ 5ਵੇਂ ਪਾਤਸ਼ਾਹ ਵੇਲੇ ਇਸ ਨੇ ਧਾਰਨ ਕੀਤੀ। 5ਵੇਂ ਪਾਤਸ਼ਾਹ ਵੇਲੇ ਸਿੱਖੀ ਇਸ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੀ। 6ਵੇਂ ਪਾਤਸ਼ਾਹ ਜੀ ਦੀ ਵੀ ਇਸ ਨੇ ਸੇਵਾ ਕੀਤੀ। ਗੁਰਮੁਖੋ ਭਾਈ ਬਿਧੀ ਚੰਦ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਹਨੇਰਾ ਵੀ ਹੋ ਚੁੱਕਾ ਹੈ, ਬਰਸਾਤ ਵੀ ਹੋਣ ਲੱਗੀ ਹੈ, ਮੈਂ ਨਗਰ ਦੇ ਵਿੱਚ ਜਾ ਕੇ ਰਹਿਣ ਦਾ, ਰਾਤ ਦਾ ਪ੍ਰਬੰਧ ਕਰਦਾ ਹਾਂ, ਲੰਗਰ ਪਾਣੀ ਦਾ ਪ੍ਰਬੰਧ ਕਰਦਾ ਹਾਂ। ਮਹਾਰਾਜ ਨੇ ਮਨਾ ਕਰ ਦਿੱਤਾ। ਕਹਿਣ ਲੱਗੇ, ਇਸ ਦਰਖਤ ਦੀ ਛੱਤ ਅਤੇ ਪੱਤਿਆਂ ਦਾ ਵਿਛਾਉਣਾ ਹੀ ਠੀਕ ਹੈ। ਬਿਧੀ ਚੰਦ ਬੈਠ ਜਾਓ। ਹੁਕਮ ਮੰਨ ਕੇ ਬਿਧੀ ਚੰਦ ਬੈਠ ਗਿਆ। ਤੇ ਗੁਰਮੁਖੋ ਇਧਰੋਂ ਉਹ ਗੁਰਸਿੱਖ ਭਾਈ ਹਿੰਮਾ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਆ ਰਿਹਾ ਹੈ। ਦੂਰੋਂ ਤੱਕਿਆ, ਵੇਖਦਾ ਹੈ ਉਹ ਕੁਝ ਕੁ ਜਾਣੇ ਬੈਠੇ ਨੇ। ਮੈਂ ਉਹਨਾਂ ਨੂੰ ਚੱਲ ਅੱਜ ਦੀਆਂ ਲੱਕੜਾਂ ਵੇਚ ਕੇ ਉਹਨਾਂ ਨੂੰ ਭੋਜਨ ਕਰਾਵਾਂਗਾ। ਕੋਈ ਟਿਕਾਣਾ ਨਹੀਂ ਮਿਲਿਆ ਹੋਵੇਗਾ। ਤੇ ਗੁਰਮੁਖੋ ਥੋੜਾ ਨਜ਼ਦੀਕ ਆਇਆ। ਨਜ਼ਦੀਕ ਆ ਕੇ ਹਨੇਰਾ ਵੀ ਹੋਣ ਲੱਗਾ। ਆਵਾਜ਼ ਦਿੱਤੀ। ਕਹਿਣ ਲੱਗੇ, ਕਿਉਂ ਬਈ, ਕੋਈ ਟਿਕਾਣਾ ਨਹੀਂ ਮਿਲਿਆ? ਕੋਈ ਲੰਗਰ ਪਾਣੀ ਛਕਿਆ ਹੈ ਜਾਂ ਨਹੀਂ? ਭੋਜਨ ਪਾਣੀ ਛਕਿਆ ਹੈ ਜਾਂ ਨਹੀਂ? ਗੁਰਮੁਖੋ ਗੁਰੂ ਅਰਜਨ ਦੇਵ ਮਹਾਰਾਜ ਬੋਲ ਪਏ। ਕਹਿਣ ਲੱਗੇ, ਭਾਈ ਹਿੰਮਿਆ, ਤੇਰੇ ਤੋਂ ਬਿਨਾ ਲੰਗਰ ਦਾ ਪ੍ਰਬੰਧ ਕਿਸਨੇ ਕਰਨਾ ਹੈ? ਗੁਰਮੁਖੋ ਨਜ਼ਦੀਕ ਆਇਆ, ਲੱਕੜਾਂ ਦੀ ਪੰਡ ਸੁੱਟੀ। ਕਹਿਣ ਲੱਗਾ, ਸੋਚਦਾ ਹੈ ਇਹ ਤੇ ਮੇਰਾ ਨਾਮ ਵੀ ਜਾਣਦੇ ਨੇ, ਲੱਗਦਾ ਨਹੀਂ ਮੈਨੂੰ ਜਾਣਦੇ ਨੇ। ਗੁਰਮੁਖੋ ਨਜ਼ਦੀਕ ਆਇਆ, ਨੇੜੇ ਆ ਕੇ ਤੱਕਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੇ। ਆਪਣੇ ਘਰ ਦੇ ਵਿੱਚ ਲੈ ਗਿਆ। ਇਸ ਦੇ ਘਰ ਦੇ ਵਿੱਚ ਇੱਕੋ ਹੀ ਮੰਜੀ ਹੈ ਤੇ ਉਸ ਮੰਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ। ਸਤਿਗੁਰੂ ਜੀ ਉਸ ਮੰਜੀ ਤੇ ਬੈਠੇ। ਪਹਿਲੋਂ ਪ੍ਰਸ਼ਾਦੇ ਪਾਣੀ ਦਾ ਜੋ ਰੁੱਖਾ ਮਿੱਸਾ ਸੀ ਉਸ ਦਾ ਪ੍ਰਬੰਧ ਕੀਤਾ, ਉਹ ਛਕਿਆ। ਸਤਿਗੁਰਾਂ ਵਾਸਤੇ ਮੰਜੀ ਵਿਛਾਈ। ਉਸ ਮੰਜੀ ਤੇ ਵਿਛਾਉਣਾ ਕੀਤਾ। ਗੁਰੂ ਪਾਤਸ਼ਾਹ ਜੀ ਉਸ ਤੇ ਆਰਾਮ ਕਰਨ ਲੱਗੇ। ਸੰਗਤਾਂ ਵਾਸਤੇ ਥੱਲੇ ਦਰੀਆਂ, ਚਾਦਰਾਂ ਆਦਿਕ ਵਿਛਾ ਦਿੱਤੀਆਂ। ਸੰਗਤਾਂ ਧਰਤੀ ਤੇ ਉਸੇ ਤਰ੍ਹਾਂ ਬਿਰਾਜਮਾਨ ਹੋ ਗਈਆਂ, ਆਰਾਮ ਕੀਤਾ। ਸਵੇਰ ਹੋਈ। ਸਵੇਰ ਨੂੰ ਵੀ ਸਤਿਗੁਰਾਂ ਦੀ ਉਸੇ ਤਰ੍ਹਾਂ ਲੰਗਰ ਪਾਣੀ ਦੇ ਨਾਲ ਸੇਵਾ ਕੀਤੀ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਚੰਗਾ ਫਿਰ ਹਿੰਮਿਆ, ਹੁਣ ਅਸੀਂ ਚੱਲਦੇ ਹਾਂ। ਗੁਰਮੁਖੋ ਭਾਈ ਬਿਧੀ ਚੰਦ ਵੀ ਕਹਿਣ ਲੱਗੇ, ਮਹਾਰਾਜ ਸਮਾਂ ਬਹੁਤ ਹੋ ਚੁੱਕਾ ਹੈ, ਸੰਗਤਾਂ ਉਡੀਕਦੀਆਂ ਹੋਣਗੀਆਂ, ਚਲੋ ਚੱਲੀਏ। ਗੁਰੂ ਪਾਤਸ਼ਾਹ ਜੀ ਮੰਜੀ ਤੇ ਖੜੇ ਹੋਏ। ਗੁਰਮੁਖੋ ਇਧਰ ਭਾਈ ਹਿੰਮਾ ਹੱਥ ਜੋੜ ਕੇ ਮਹਾਰਾਜ ਦੇ ਕੋਲ ਆ ਗਿਆ। ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਰੁਕ ਜਾਓ, ਹਜੇ ਨਾ ਜਾਇਓ। ਗੁਰਮੁਖੋ ਗੁਰਸਿੱਖ ਸੰਗਤਾਂ ਨੇ ਮਨ ਵਿੱਚ ਸੋਚਿਆ, ਆਉਣ ਦਾ ਚਾਅ ਵੀ ਬੜਾ ਕੀਤਾ, ਇਸ ਨੇ ਟਹਿਲ ਸੇਵਾ ਵੀ ਬੜੀ ਕੀਤੀ, ਪਰ ਹੁਣ ਕੁਝ ਗੁਰੂ ਤੋਂ ਮੰਗੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨਿਵਾ ਕੇ ਕਹਿਣ ਲੱਗਾ, ਮਹਾਰਾਜ ਜੋ ਕਾਰਜ ਕਰਨ ਆਏ ਸੋ ਉਹ ਪੂਰਾ ਕਰਕੇ ਜਾਇਓ। ਤੇ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਾ ਗੁਰੂ ਨੇ ਸਿਰ ਤੇ ਹੱਥ ਰੱਖਿਆ। ਸੰਗਤਾਂ ਨੂੰ ਕਹਿ ਦਿੱਤਾ, ਬੈਠ ਜਾਓ। ਸਾਰੀਆਂ ਸੰਗਤਾਂ ਬੈਠ ਗਈਆਂ ਤੇ ਸੰਗਤਾਂ ਪੁੱਛਣ ਲੱਗੀਆਂ, ਮਹਾਰਾਜ ਕਿਹੜਾ ਕਾਰਜ? ਪਾਤਸ਼ਾਹ ਜੀ ਨੇ ਫਿਰ ਕਹਿਣ ਲੱਗੇ, ਹਿੰਮਿਆ ਦੱਸ,
ਸਤਿਗੁਰਾਂ ਨੂੰ, ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਨੂੰ ਦੱਸਣਾ ਕੀਤਾ, ਅੱਜ ਮੈਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਤਿਆਗ ਦੇਣੇ ਨੇ। ਅੱਜ ਇਸ ਦੁਨੀਆ ਤੇ ਮੇਰਾ ਆਖਰੀ ਦਿਨ ਹੈ। ਮੈਂ ਗੁਰੂ ਕੇ ਚਰਨਾਂ ਵਿੱਚ ਅਰਦਾਸਾਂ ਕਰਦਾ ਸਾਂ, ਆਖਰੀ ਸਮੇਂ ਗੁਰੂ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ, ਮੈਂ ਗੁਰੂ ਕੀ ਗੋਦ ਵਿੱਚ ਬੈਠ ਕੇ ਆਪਣੇ ਪ੍ਰਾਣ ਤਿਆਗਾਂ, ਮੇਰੀ ਅਰਥੀ ਨੂੰ ਕੰਧਾ ਗੁਰੂ ਸਾਹਿਬ ਦੇਣ। ਤੇ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਅੱਜ ਦਾ ਸਮਾਂ ਹੈ, ਤੁਸੀਂ ਇਸ ਜਰਜਰੇ ਸਰੀਰ ਨੂੰ ਕੰਧਾ ਦਿਓ, ਮੈਂ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਆਪਣਾ ਸਰੀਰ ਤਿਆਗਾਂ। ਸ਼ਾਮਾਂ ਦਾ ਸਮਾਂ ਹੋਇਆ, ਗੁਰਮੁਖੋ ਭਾਈ ਹੇਮਾ ਸਰੀਰ ਤਿਆਗਿਆ, ਅਰਥੀ ਤਿਆਰ ਕੀਤੀ ਗਈ ਤੇ ਭਾਈ ਹੇਮੇ ਨੂੰ, ਸੰਗਤਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ, ਇਸ ਨੂੰ ਦਰਗਾਹ ਦੀਆਂ ਪੌੜੀਆਂ ਚੜ੍ਹ ਕੇ ਜਾਵਾਂਗੇ, ਇਸ ਵਾਸਤੇ ਆਏ ਹਾਂ, ਇਸ ਦੀਆਂ ਅਰਦਾਸਾਂ ਸੁਣ ਕੇ ਆਏ ਹਾਂ, ਇਹ ਯਾਦ ਕਰਦਾ ਸੀ ਤਾਂ ਆਏ ਹਾਂ। ਸ਼ਾਮਾਂ ਦਾ ਸਮਾਂ ਹੋਇਆ, ਗੁਰਮੁਖੋ ਭਾਈ ਹੇਮੇ ਦੀ ਅਰਥੀ ਤਿਆਰ ਕੀਤੀ ਗਈ। ਸਤਿਗੁਰੂ ਜੀ ਆਪ ਮੋਢਾ ਲਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਗਏ, ਆਪ ਸਤਿਗੁਰਾਂ ਲਾਂਬੂ ਲਾਇਆ, ਆਪ ਸ਼ਿਸ਼ਕਾਰ ਕੀਤਾ। ਸਾਰਾ ਕਿਰਿਆ ਕਰਮ ਕਰਨ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗਏ, ਕਹਿਣ ਤੋਂ ਮੁਰਾਦ ਜਿਹੜਾ ਗੁਰੂ ਨੂੰ ਚੇਤੇ ਕਰਦਾ ਹੈ, ਗੁਰੂ ਗੁਰਮੁਖੋ ਸਦਾ ਹੀ ਉਸ ਦੇ ਅੰਗ ਸੰਗ ਹੈ, ਕਿਉਂਕਿ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ, ਅਭੰਗੰ ਵਿਭੂਤੇ ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਜਿੱਥੇ ਲੇਖਾ ਹੋਵੇਗਾ ਉੱਥੇ ਵੀ ਗੁਰੂ ਨਾਲ ਹੋਵੇਗਾ, ਕਿਉਂਕਿ ਗੁਰੂ ਸੰਸਾਰ ਵਿੱਚ ਵੀ ਅਤੇ ਗੁਰਮੁਖੋ ਰੱਬ ਜੀ ਦੀ ਦਰਗਾਹ ਵਿੱਚ ਵੀ ਕਦੀ ਸਾਥ ਨਹੀਂ ਛੱਡਦਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਵਾਲੇ ਬੰਦ ਵਿੱਚ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਸੀਂ ਪ੍ਰਤਪਾਲਨਾ ਕਰਨ ਵਾਲੇ ਹੋ, ਰਹਿਮਤਾਂ ਕਰਨ ਵਾਲੇ ਹੋ, ਜੀਵਨ ਦੇਣ ਵਾਲੇ ਹੋ, ਖੁਰਾਕ ਪੋਸ਼ਾਕ ਰਿਜ਼ਕ ਦੇਣ ਵਾਲੇ ਹੋ, ਤੁਸੀਂ ਦਾਤੇ ਹੋ। ਨਾਇਕ ਭਾਵ ਇਸ ਮਨੁੱਖ ਦੇ, ਇਸ ਬੰਦੇ ਦੇ ਨਾਇਕ ਹੋ, ਖਸਮ ਹੋ। ਨਾਇਕ ਤੋਂ ਭਾਵ ਵੱਡੇ, ਨਾਇਕ ਤੋਂ ਭਾਵ ਆਗੂ, ਖਸਮ ਤੋਂ ਭਾਵ ਇਸ ਦੇ ਰਾਖੇ ਹੋ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਇੱਕ ਇੱਕ ਨਿਮਖ, ਇੱਕ ਇੱਕ ਸਵਾਦ ਤੁਸੀਂ ਰਾਖੀ ਕੀਤੀ, ਇਸ ਸਰੀਰ ਨੂੰ ਪਾਲਣਾ ਕੀਤਾ। ਅਸੀਂ ਤੁਹਾਡੇ ਬਾਲਕ, ਤੁਹਾਡੇ ਬੱਚੇ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਸੰਖੇਪ ਜੀ ਗੁਰ ਹੁਕਮ ਦੀ ਵਿਚਾਰ।